देखो उस वेले इस अमिताभ बच्चन ने ਜਿਹੜਾ ਬਿਆਨ ਦਿੱਤਾ ਸੀ खून का बदला खून, जिस ਤੋਂ ਭੀੜ ਨੂੰ ਉਕਸਾਇਆ ਗਿਆ, ਜਿਸ ਤੋਂ ਬਾਅਦ ਜਿਹੜਾ ਲੱਖਾਂ ਦੀ ਤਾਦਾਦ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ, ਟਾਇਰਾਂ 'ਚ ਪਾ ਕੇ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਕਿਸੇ ਨੂੰ ਪੇਟੀ 'ਚ ਪਾ ਕੇ ਸਾੜਿਆ। ਇਹੋ ਜਿਹੇ ਸ਼ਖਸ ਦੇ ਕੋਲੋਂ ਪੈਸੇ ਲੈਣਾ, ਮਨਜਿੰਦਰ ਸਿੰਘ ਸਿਰਸਾ ਦਾ ਇਹ ਰੋਲ ਆਉਂਦਾ ਹੈ ਕਿ ਬਈ ਪੀੜਤਾਂ ਨੂੰ ਇਹਨਾਂ ਜ਼ਲੀਲ ਕੀਤਾ, ਸਾਨੂੰ ਇਹਨਾਂ ਨੇ ਜ਼ਲੀਲ ਕੀਤਾ ਕਿ ਤੁਸੀਂ ਐਵੇਂ ਲੜਾਈਆਂ ਲੜਦੇ ਰਹਿੰਦੇ ਹੋ, ਤੁਸੀਂ ਇਹ ਗੱਲ ਕਰਦੇ ਹੋ, ਦੇਖੋ ਅਸੀਂ ਤੁਹਾਡੇ ਕਾਤਲਾਂ ਕੋਲੋਂ ਪੈਸੇ ਲੈਂਦੇ। ਇਹ ਬਾਦਲ ਧੜੇ ਦੇ ਇਹਨਾਂ ਨੂੰ ਕੋਈ ਵੀ ਕੌਮ ਨਾਲ ਧਰਮ ਨਾਲ ਕੋਈ ਪਿਆਰ ਨਹੀਂ, ਇਹ ਭੇਖੀ ਨੇ, ਇਹਨਾਂ ਨੂੰ ਸਿਰਫ ਮਾਇਆ ਇਕੱਠੀ ਕਰਨੀ ਹੈ ਤੇ ਪੰਥਕ ਬਣ ਕੇ ਪਬਲਿਕ ਨੂੰ ਗੁੰਮਰਾਹ ਕਰਨਾ। ਰਕਾਬਗੰਜ ਗੁਰਦੁਆਰੇ ਜਦੋਂ ਹਮਲਾ ਹੋਇਆ, ਇੱਥੇ 2 ਸਿੰਘ ਸ਼ਹੀਦ ਹੋਏ, ਗੱਡੀਆਂ ਸੜੀਆਂ ਔਰ ਕਮਲਨਾਥ ਦਾ ਨਾਂ ਹੈ, ਇਹਨਾਂ ਨੇ ਚੋਰੀ ਦਾ ਮੁਖਤਿਆਰ ਸਿੰਘ ਇਹਨਾਂ ਕੋਲ ਰਿਹਾ, ਇਹਨਾਂ ਨੇ ਤਾਂ ਸਿਰਫ ਰੌਲਾ ਪਾਇਆ ਅੱਜ ਤੱਕ ਕਿ ਅਸੀਂ 84 ਦੀ ਲੜਾਈ ਨਹੀਂ ਲੜਦੇ ਰਹੇ। ਇਹ 84 ਜਿੱਦਾਂ ਹੁਣ ਪੈਸੇ ਲੈ ਲੈਣੇ, ਇੱਦਾਂ ਹੀ ਪਹਿਲਾਂ ਕਰਕੇ ਤੇ ਉਹਨਾਂ ਕੋਲੋਂ ਪੈਸੇ ਲੈਂਦੇ ਰਹੇ ਨੇ। ਇਹਨਾਂ ਦਾ ਇਹ ਰੋਲ ਗੱਲਾਂ ਕਰਦੇ 84 ਦੀ, ਜੇ ਇਹਨਾਂ ਨੇ 84 ਫਿਰ 84 ਦੇ ਕਾਤਲਾਂ ਕੋਲੋਂ ਪੈਸੇ ਕਾਹਦੇ ਲਈ ਲਏ ਇਹਨਾਂ ਨੇ ਲਏ ਨੇ ਕਿਉਂਕਿ ਇਹਨਾਂ ਦੇ ਮਰੇ ਨਹੀਂ। ਕਿ ਅਮਿਤਾਭ ਬੱਚਨ ਆ ਜਿਹੜਾ ਸਿੱਖਾਂ ਦੀ ਨਜ਼ਰ ਦੇ ਵਿੱਚ ਨਵੰਬਰ ਦਾ ਜਿਹੜਾ ਦੋਸ਼ੀ ਹੈ, ਮੁੱਖ ਦੋਸ਼ੀ ਵਜੋਂ ਮੰਨੇ ਜਾਂਦੇ ਉਹਨਾਂ ਨੂੰ, ਪਰ ਕਿਤੇ ਇਹਨਾਂ ਦਾ ਮੰਤਵ ਇਹੀ ਤੇ ਨਹੀਂ ਕਿ ਉਹਨਾਂ ਦੀ ਜਿਹੜੀ ਸਾਖ ਹੈ ਬਚਾਉਣਾ, ਉਹ ਸਿੱਖਾਂ ਦੀ ਨਜ਼ਰ ਦੇ ਵਿੱਚ ਗੁਨਾਹਗਾਰ ਹੈ। ਇਹ ਤੇ 2 ਕਰੋੜ ਤੇ ਸਾਹਮਣੇ ਆ ਗਿਆ, ਪਤਾ ਲੱਗਿਆ ਅੰਡਰ ਦਾ ਟੇਬਲ, ਪਤਾ ਨਹੀਂ ਕਿੰਨਾ ਕੁਛ ਇਹਨੇ ਲਿਆ ਹੋਣਾ, ਉਹ ਤੇ ਕਿਸੇ ਸੰਗਤ ਨੂੰ ਪਤਾ ਨਹੀਂ। ਇਹ ਸਿਰਫ ਉਹਨੂੰ ਸਿੱਖਾਂ ਦੇ ਘਰ ਇਹਨੇ ਅੰਡਰ ਦਾ ਟੇਬਲ ਵੀ ਲਿਆ ਹੋਣਾ। ਇਹ ਵਪਾਰੀ ਹੈ, ਇਹ ਪੰਥਕ ਨਹੀਂ ਹੈ। ਇਸ ਗੱਲ ਹੈ ਨਾ ਕਿ ਇਹਨਾਂ ਕੋਵਿਡ ਲਈ ਦਿੱਤਾ, ਜੇ ਦੇਣਾ ਬਥੇਰੇ ਕੋਵਿਡ ਸੈਂਟਰ ਨੇ, ਸਿੱਖਾਂ ਨੂੰ ਹੀ ਕਿਉਂ ਦਿੱਤਾ? ਰਕਾਬਗੰਜ ਗੁਰਦੁਆਰੇ ਹੀ ਕਿਉਂ ਦਿੱਤਾ? ਇਹਨਾਂ ਵਾਸਤੇ 2 ਕਰੋੜ ਹੋਏਗਾ ਕਿਉਂਕਿ ਇਹਨਾਂ ਨੇ ਸਾਰੇ ਪੈਸੇ ਖਾਣੇ ਨੇ, ਵਰਤਣੇ ਨਹੀਂ ਹੈਗੇ ਉੱਥੇ। ਇੱਥੇ ਤੇ ਜਿੰਨਾ ਸਮਾਨ ਕੋਵਿਡ ਸੈਂਟਰ ਦੇ ਵਿੱਚ ਲੱਗਾ ਰਕਾਬਗੰਜ ਦੇ ਵਿੱਚ, ਸਾਰਿਆਂ ਨੇ ਕੋਈ ਇਹਨਾਂ ਨੂੰ ਮੰਜੀਆਂ ਦੇ ਗਿਆ, ਕੋਈ ਗੱਦੇ ਦੇ ਗਿਆ, ਕੋਈ ਪੱਖੇ ਦੇ ਗਿਆ, ਕੋਈ ਉਸਦਾ ਨਾਂ ਕੀ ਹੈ, ਉਹ ਜਿਹੜੀਆਂ ਬਲੱਡ ਆਪਣਾ ਗਲੂਕੋਜ਼ ਚੜਾਉਣ ਵਾਲੇ ਡੰਡੇ ਜਿਹੇ ਹੁੰਦੇ ਨੇ ਉਹ ਦੇ ਗਏ। ਇਹਨਾਂ ਨੇ ਤਾਂ ਖਰੀਦਣ ਚਦਰਾਂ ਤੇ ਸਰਾਣੇ ਦੇ ਖਿਲਾਫ, ਹੋਰ ਕੁਝ ਵੀ ਨਹੀਂ ਖਰੀਦਿਆ। ਫਿਰ ਮੈਂ ਪੁੱਛਣਾ ਚਾਹੁੰਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਤੁਸੀਂ ਦੱਸੋ ਤੁਹਾਡਾ ਕੀ ਰਿਐਕਸ਼ਨ ਹੈ ਜੇ ਤੇ ਤੁਸੀਂ ਅਮਿਤਾਭ ਬੱਚਨ ਦੇ ਪੈਸੇ ਦਿੱਤੇ ਹੋਏ ਕੈਸ਼ 2 ਕਰੋੜ ਜਿਹੜੀ ਉਸਨੇ ਸੇਵਾ ਬੰਗਲਾ ਸਾਹਿਬ ਕੀਤੀ ਉਹਦੀ ਪ੍ਰਵਾਨਗੀ ਦਿੰਦੇ ਹੋ, ਫਿਰ ਠੀਕ ਹੈ, ਫਿਰ ਕੌਮ ਤੁਹਾਡੇ ਨਾਲ ਗੱਲ ਕਰ ਲੇਗੀ, ਨਿਬੜ ਲੇਗੀ। ਜੇ ਨਹੀਂ, ਇਸ ਨੂੰ ਬੁਲਾ ਕੇ ਯੋਗ ਸਜ਼ਾ ਸੁਣਾਓ, ਜੇ ਨਹੀਂ ਸੁਣਾ ਸਕਦੇ ਫਿਰ ਅਸਤੀਫਾ ਦੇ ਦਿਓ। ਕੋਈ ਹਿੰਦੁਸਤਾਨ ਦਾ ਐਸਾ ਸ਼ਹਿਰ ਨਹੀਂ ਜਿੱਥੇ ਸਿੱਖ ਸੇਵਾ ਨਹੀਂ ਕਰ ਰਿਹਾ। ਅੰਮ੍ਰਿਤਸਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤੇ ਅੰਮ੍ਰਿਤਸਰ ਤੋਂ ਸ਼੍ਰੀਨਗਰ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ, ਭਾਵੇਂ 10 ਸਿੱਖ ਬੈਠੇ ਤੇ ਭਾਵੇਂ 100 ਬੈਠੇ ਤੇ ਇਹਨਾਂ ਕੋਲ ਪੈਸੇ ਲੈ ਕੇ ਸਾਰੀ ਕੀਤੀ ਕਰਾਈ ਤੇ ਕੁਝ ਪਾ ਰਹੇ ਹੋ ਤੁਸੀਂ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਾਸਤ USA ਚੈਨਲ ਦੀ ਤਰਫ ਤੋਂ ਰਜਿੰਦਰ ਸਿੰਘ ਸਭਰਾ ਗੱਲ ਕਰਦਾ ਜੀ। ਬੀਬੀ ਨਿਰਪ੍ਰੀਤ ਕੌਰ ਜੀ, ਨਵੰਬਰ 1984 ਦੇ ਪੀੜਤ ਨਾਲ ਗੱਲ ਹੋ ਰਹੀ ਜੀ ਮੇਰੀ। ਹਾਂਜੀ ਬੀਬੀ ਜੀ, ਤੁਸੀਂ ਜਾਣਦੇ ਹੋ ਕਿ COVID-19 ਦੇ ਮੱਦੇਨਜ਼ਰ ਅਮਿਤਾਭ ਬੱਚਨ ਵੱਲੋਂ ਜਿਹੜਾ 2 ਕਰੋੜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਦਿੱਤਾ ਜਾ ਰਿਹਾ ਆ, ਤੇ ਕਿਵੇਂ ਦੇਖਦੇ ਹੋ ਸਿਰਸਾ ਸਾਹਿਬ ਦੀ ਭੂਮਿਕਾ ਨੂੰ? ਕਿਵੇਂ ਦੇਖਦੇ ਹੋ ਅਮਿਤਾਭ ਬੱਚਨ ਸਾਹਿਬ ਜਿਹੜੇ ਆਪਣੇ ਆਪ ਨੂੰ ਨਵੰਬਰ 1984 ਦੇ ਦੌਰਾਨ ਵੀ ਇੱਕ ਆਪਣੀ ਭੂਮਿਕਾ ਨਿਭਾਉਂਦੇ ਹੈ, ਚਾਹੇ ਉਹ ਸਿੱਖ ਵਿਰੋਧੀ ਹੈ ਜਾਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਤੁਸੀਂ ਵੀ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਸਮੁੱਚੀ ਪ੍ਰਕਿਰਿਆ ਸੀ ਉਹਨੂੰ ਬੜਾ ਨੇੜੇ ਤੋਂ ਹੋ ਕੇ ਡਿਠਾ ਆ। ਦੇਖੋ ਉਸ ਵੇਲੇ ਇਸ ਅਮਿਤਾਭ ਬੱਚਨ ਨੇ ਜਿਹੜਾ ਬਿਆਨ ਦਿੱਤਾ ਸੀ खून का बदला खून, ਜਿਸ ਤੋਂ ਭੀੜ ਨੂੰ ਉਕਸਾਇਆ ਗਿਆ, ਜਿਸ ਤੋਂ ਬਾਅਦ ਜਿਹੜਾ ਲੱਖਾਂ ਦੀ ਤਾਦਾਦ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ, ਟਾਇਰਾਂ 'ਚ ਪਾ ਕੇ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਕਿਸੇ ਨੂੰ ਪੇਟੀ 'ਚ ਪਾ ਕੇ ਸਾੜਿਆ।
ਬੱਚਿਆਂ ਤੱਕ ਨੂੰ ਨਹੀਂ ਛੱਡਿਆ, ਘਰ-ਬਾਰ ਛੱਡਤੇ। ਇਹੋ ਜਿਹੇ ਸ਼ਖਸ ਦੇ ਕੋਲੋਂ ਪੈਸੇ ਲੈਣਾ, ਮਨਜਿੰਦਰ ਸਿੰਘ ਸਿਰਸਾ ਦਾ ਇਹ ਰੋਲ ਆਉਂਦਾ ਹੈ ਕਿ ਬਈ ਪੀੜਤਾਂ ਨੂੰ ਇਹਨਾਂ ਜ਼ਲੀਲ ਕੀਤਾ, ਸਾਨੂੰ ਇਹਨਾਂ ਨੇ ਜ਼ਲੀਲ ਕੀਤਾ ਕਿ ਤੁਸੀਂ ਐਵੇਂ ਲੜਾਈਆਂ ਲੜਦੇ ਰਹਿੰਦੇ ਹੋ, ਤੁਸੀਂ ਇਹ ਗੱਲ ਕਰਦੇ ਹੋ, ਦੇਖੋ ਅਸੀਂ ਤੁਹਾਡੇ ਕਾਤਲਾਂ ਕੋਲੋਂ ਪੈਸੇ ਲੈ ਲਏ। ਕੱਲ੍ਹ ਨੂੰ ਇਹ ਕਹਿੰਦੇ ਇਸ ਸ਼ਖਸ ਦਾ ਤੇ ਪਹਿਲਾਂ ਵੀ ਰੁਤਬਾ ਇਹੀ ਰਿਹਾ, ਤੁਹਾਨੂੰ ਪਤਾ ਹੈ ਕਿ ਰਾਮ ਰਹੀਮ ਦੇ ਵਿੱਚ ਵੀ ਇਸ ਸ਼ਖਸ ਦਾ ਨਾਂ ਆਇਆ। ਇਹਨਾਂ ਨੂੰ ਕੋਈ ਬਾਦਲਾਂ ਨੂੰ, ਇਹ ਬਾਦਲ ਧੜੇ ਦੇ ਇਹਨਾਂ ਨੂੰ ਕੋਈ ਵੀ ਕੌਮ ਨਾਲ, ਧਰਮ ਨਾਲ ਕੋਈ ਪਿਆਰ ਨਹੀਂ। ਇਹ ਭੇਖੀ ਨੇ, ਇਹਨਾਂ ਨੂੰ ਸਿਰਫ ਮਾਇਆ ਇਕੱਠੀ ਕਰਨੀ ਹੈ ਤੇ ਪੰਥਕ ਬਣ ਕੇ ਪਬਲਿਕ ਨੂੰ ਗੁੰਮਰਾਹ ਕਰਨਾ, ਗੁੰਮਰਾਹ ਕਰ ਰਹੇ ਨੇ। ਜ਼ਲੀਲ ਕੀਤਾ ਸਾਨੂੰ, ਇਸ ਦਾ ਬਦਲਾ, ਇਸ ਦਾ ਅਸੀਂ ਜਵਾਬ ਇਹਨੂੰ ਦੇਵਾਂਗੇ। ਅਸੀਂ ਇਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਮੈਂ ਚਿੱਠੀ ਪਾਈ ਹੈ, ਕੰਪਲੇਂਟ ਕੀਤੀ ਹੈ। ਇੱਕ ਹਫ਼ਤਾ ਮੈਂ ਇੰਤਜ਼ਾਰ ਕਰਨੀ ਹੈ ਕਿ ਵੀ ਉਹਦੇ ਉੱਤੇ ਕੀ ਐਕਸ਼ਨ ਲੈਂਦੇ ਆ, ਫਿਰ ਉਸ ਤੋਂ ਬਾਅਦ ਮੈਂ ਅਗਲਾ ਫੈਸਲਾ ਦੱਸਾਂਗੀ ਕਿ ਵੀ ਮੈਂ ਕੀ ਕਰਾਂ। ਜੀ, ਜੇ ਅਮਿਤਾਭ ਬੱਚਨ ਦੀ ਭੂਮਿਕਾ ਨੂੰ ਦੇਖੀਏ ਤੇ ਅੱਜ ਜਿਹੜੇ ਗੁਰਦੁਆਰਾ ਸਾਹਿਬ ਨੂੰ ਇਹ 2 ਕਰੋੜ ਰੁਪਇਆ ਦੇਣ ਦਾ ਯਤਨ ਕਰ ਰਹੇ ਆ, ਤੇ ਕੀ ਉਸ ਸਮੇਂ ਦੇ ਦੌਰਾਨ ਜਿਹੜਾ ਨਵੰਬਰ 1984 ਦੇ ਦੌਰਾਨ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਉੱਪਰ ਵੀ ਹਮਲਾ ਬੋਲਿਆ ਸੀਗਾ? ਦੇਖੋ, ਇਹਨੂੰ ਸਭ ਪਤਾ ਹੈ। ਸਿਰਸੇ ਦੇ ਨਾਲ ਕਾਲਕਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਕਮੇਟੀ ਦਾ ਜਨਰਲ ਸੈਕਟਰੀ ਹੈ ਜੀ, ਉਹਦੇ ਨਾਲ ਮੁੰਡਾ ਕੰਮ ਕਰਦਾ, ਉਸੇ ਕਮੇਟੀ ਦੇ ਵਿੱਚ ਮੁੰਡਾ ਕੰਮ ਕਰਦਾ। ਉਸ ਵੇਲੇ ਇੱਥੇ ਸਚਦੇਵਾ ਸੀ, ਮੈਨੇਜਰ ਸੀ, ਇੱਥੇ ਰਕਾਬਗੰਜ ਗੁਰਦੁਆਰੇ ਹੀ ਰਹਿੰਦੇ ਸੀ। ਔਰ ਸਾਰਾ ਪਤਾ, ਰਕਾਬਗੰਜ ਗੁਰਦੁਆਰੇ ਜਦੋਂ ਹਮਲਾ ਹੋਇਆ, ਇੱਥੇ 2 ਸਿੰਘ ਸ਼ਹੀਦ ਹੋਏ, ਗੱਡੀਆਂ ਸੜੀਆਂ। ਔਰ ਕਮਲਨਾਥ ਦਾ ਨਾਂ ਹੈ, ਇਹਨਾਂ ਨੇ ਤੇ ਉਹਦੀ ਤਾਂ ਮੁਖਤਿਆਰ ਸਿੰਘ ਇਹਨਾਂ ਕੋਲ ਰਿਹਾ। ਇਹਨਾਂ ਨੇ ਤੇ ਸਿਰਫ ਰੌਲਾ ਪਾਇਆ ਅੱਜ ਤੱਕ ਕਿ ਅਸੀਂ 84 ਦੀ ਲੜਾਈ ਨਹੀਂ ਲੜਦੇ ਰਹੇ। ਇਹ 84 ਜਿੱਦਾਂ ਹੁਣ ਪੈਸੇ ਲੈ ਲਏ ਨੇ, ਇੱਦਾਂ ਹੀ ਪਹਿਲਾਂ ਕਰਕੇ ਤੇ ਉਹਨਾਂ ਕੋਲੋਂ ਪੈਸੇ ਲੈਂਦੇ ਰਹੇ ਨੇ। ਇਹਨਾਂ ਦਾ ਇਹ ਰੋਲ ਹੈ। ਗੱਲਾਂ ਕਰਦੇ 84 ਦੀ, ਜੇ ਇਹਨਾਂ ਨੇ 84 ਫਿਰ 84 ਦੇ ਕਾਤਲਾਂ ਕੋਲੋਂ ਪੈਸੇ ਕਾਹਦੇ ਲਈ ਲਏ ਇਹਨਾਂ ਨੇ? ਇਹਨਾਂ ਨੇ ਲਏ ਨੇ ਕਿਉਂਕਿ ਇਹਨਾਂ ਦੇ ਮਰੇ ਨਹੀਂ, ਸਾਡੇ ਮਰੇ ਨੇ। ਸਾਨੂੰ ਇਹ ਵੇਚ ਰਹੇ ਨੇ, ਸਾਡੇ ਉੱਤੇ ਖਾ ਕੇ ਰਾਜ ਕਰ ਰਹੇ ਨੇ। ਇਹਨਾਂ ਦੇ ਮਰਨਗੇ ਤੇ ਇਹਨਾਂ ਨੂੰ ਪਤਾ ਲੱਗੇਗਾ ਕਿ ਬਈ ਕੀ ਹੁੰਦਾ। ਨਾ ਇਹਨਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਨਾ ਇਹਨਾਂ ਦੇ ਘਰ ਸੜੇ। ਜਿਸ ਦਿਨ ਸਿਰਸੇ ਦੇ ਕਾਲਕੇ ਹੋਰਾਂ ਦੇ ਵੀ ਘਰ ਦੇ ਮਰਨਗੇ, ਸੜਨਗੇ, ਇਹਨਾਂ ਦੀਆਂ ਵੀ ਇੱਜ਼ਤਾਂ ਲੁੱਟਣਗੇ, ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਕੀ ਹੁੰਦਾ। ਇਸ ਵੇਲੇ ਨੇ ਵਾਹਿਗੁਰੂ ਅਸੀਂ ਕਹਿੰਦੇ ਇਹੋ ਜਿਹਾ ਕਿਸੇ ਨਾਲ ਨਾ ਪਾਣਾ ਵਰਤੇ, ਪਰ ਇਹੋ ਜਿਹੇ ਬੰਦੇ ਨੂੰ ਮੈਂ ਕਹਿੰਦੀ ਹਾਂ ਪਰਮਾਤਮਾ ਇਹੋ ਜਿਹੇ ਬੰਦਿਆਂ ਨਾਲ ਵੀ ਏਦਾਂ ਕਰ, ਇਹਨਾਂ ਨੂੰ ਫਿਰ ਪਤਾ ਲੱਗੇ ਕਿ ਵੀ ਕੀ ਪੀੜਤ ਹੁੰਦੇ ਨੇ। ਮਾਤਾ ਜੀ, ਜਿਹੜਾ ਇਹ ਪੈਸੇ ਲੈਣ ਦਾ ਇਹਨਾਂ ਦਾ ਮੁੱਖ ਮਕਸਦ ਹੈਗਾ, ਕਿਤੇ ਇਹੀ ਮੰਤਵ ਤੇ ਨਹੀਂ ਕਿ ਅਮਿਤਾਭ ਬੱਚਨ ਆ ਜਿਹੜਾ ਸਿੱਖਾਂ ਦੀ ਨਜ਼ਰ ਦੇ ਵਿੱਚ ਨਵੰਬਰ ਦਾ ਜਿਹੜਾ ਦੋਸ਼ੀ ਹੈ, ਮੁੱਖ ਦੋਸ਼ੀ ਵਜੋਂ ਮੰਨੇ ਜਾਂਦੇ ਉਹਨਾਂ ਨੂੰ, ਪਰ ਕਿਤੇ ਇਹਨਾਂ ਦਾ ਮੰਤਵ ਇਹੀ ਤੇ ਨਹੀਂ ਕਿ ਉਹਨਾਂ ਦੀ ਜਿਹੜੀ ਸਾਖ ਹੈ ਬਚਾਉਣਾ, ਉਹ ਸਿੱਖਾਂ ਦੀ ਨਜ਼ਰ ਦੇ ਵਿੱਚ ਗੁਨਾਹਗਾਰ ਹੈ? ਇਹ ਤੇ ਅਕਾਲ ਤਖਤ ਸਾਹਿਬ ਤੇ ਚਿੱਠੀ ਗਈ, ਉਹਨੂੰ ਮਾਫੀਨਾਮਾ ਦੁਆਰੇ, ਜਿਸ ਤਰ੍ਹਾਂ ਰਾਮ ਰਹੀਮ ਨੂੰ ਦੁਆਰੇ ਨਾ ਸਿਰਸੇ ਦਾ ਜੋ ਰੋਲ ਹੈ ਉਹੀ ਹੋ ਰਿਹਾ। ਇਹ ਤੇ 2 ਕਰੋੜ ਤੇ ਸਾਹਮਣੇ ਆ ਗਿਆ, ਪਤਾ ਲੱਗਿਆ। ਅੰਡਰ ਦਾ ਟੇਬਲ ਪਤਾ ਨਹੀਂ ਕਿੰਨਾ ਕੁਛ ਇਹਨੇ ਲਿਆ ਹੋਣਾ, ਉਹ ਤੇ ਕਿਸੇ ਸੰਗਤ ਨੂੰ ਪਤਾ ਨਹੀਂ। ਇਹ ਸਿਰਫ ਉਹਨੂੰ ਸਿੱਖਾਂ ਦੇ ਕਹਿੰਦੇ ਇਹਨੇ ਅੰਡਰ ਦਾ ਟੇਬਲ ਵੀ ਲਿਆ ਹੋਣਾ। ਇਹ ਵਪਾਰੀ ਹੈ, ਇਹ ਪੰਥਕ ਨਹੀਂ ਹੈ। ਇਹ ਲੋਕ ਵਪਾਰੀ ਨੇ। ਤੇ ਮਾਤਾ ਜੀ, ਸਿੱਖ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਸਿੱਖ ਸੰਗਤ ਨੂੰ ਸੁਨੇਹਾ ਇਹ ਦੇਣੀ ਆ ਕਿ ਵੀ ਇਹਨੂੰ ਪੁੱਛੋ, ਇਹ ਜਿੱਥੇ ਵੀ ਇਹ ਜਾਂਦੇ ਨੇ, ਕਿਉਂਕਿ ਇਸਨੇ ਇੱਕ ਐਸਾ ਦਾ ਕੀਤਾ ਕੰਮ, ਇਹ ਜਿੱਥੇ ਵੀ ਜਾਂਦੇ ਨੇ ਇੱਥੇ ਕੀਤਾ। ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਵੀ ਜਿੱਥੇ ਇਹਨੂੰ ਫੜ ਕੇ ਇਹਨੂੰ ਪੁੱਛੋ, ਇਹਨੇ ਗੱਲ ਕੀਤਾ, ਇਹਨੂੰ ਮਜਬੂਰ ਕਰੋ ਕਿ ਇਹ ਪੈਸਾ ਵਾਪਸ ਕਰੇ। ਇਹ ਪੈਸਾ ਕਿਉਂ ਵਾਪਸ ਕਰੇਗਾ? ਕਿਉਂਕਿ ਜਿਹੜਾ ਅੰਡਰ ਦਾ ਟੇਬਲ ਲਿਆ ਉਹ ਕਿੱਦਾਂ ਵਾਪਸ ਕਰੂਗਾ? ਇਸ ਕਰਕੇ ਇਹਦੇ ਕਰ ਰਿਹਾ। ਔਰ ਮੇਰੀ 1 ਹਫ਼ਤਾ ਇਹਦਾ ਵੇਟ ਕਰਨੀ ਹੈ ਮੈਂ। 1 ਹਫ਼ਤੇ ਤੱਕ ਇਹ ਪੈਸੇ ਵਾਪਸ ਕਰਦਾ ਤੇ ਠੀਕ ਹੈ। ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹਦਾ ਕੀ ਕਰਦੇ ਆ, 1 ਹਫ਼ਤਾ, ਫਿਰ 1 ਹਫ਼ਤੇ ਬਾਅਦ ਮੈਂ ਆਪਣਾ ਫੈਸਲਾ ਸੁਣਾਵਾਂਗੀ ਕਿ ਵੀ ਮੈਂ ਕੀ ਕਰਨਾ। ਤੇ ਸੰਗਤ ਦੇ ਅੱਗੇ ਬੇਨਤੀ ਹੈ ਕਿ ਵੀ ਜੋ ਮੇਰਾ ਫੈਸਲਾ ਹੋਏਗਾ ਮੈਂ ਕੌਮ ਦੇ ਹੱਕ, ਪੰਥ ਦੇ ਹੱਕ 'ਚ ਕਰਾਂਗੀ। ਮੈਂ ਕੋਈ ਇਸ ਤਰ੍ਹਾਂ ਦਾ ਨਹੀਂ ਕਰਾਂਗੀ ਫੈਸਲਾ, ਉਹ ਮੇਰਾ ਸਾਥ ਦੇਣ। ਤੇ ਮਾਤਾ ਜੀ, ਜੇ ਸਿੱਖੀ ਸਿਧਾਂਤਾਂ ਦੇ ਅਨੁਕੂਲ ਆਪਾਂ ਦੇਖੀਏ ਵੀ ਕੁਝ ਸੋਸ਼ਲ ਮੀਡੀਆ ਦੇ ਉੱਪਰ ਇੱਕ ਧੜਾ ਵਾ ਵੀ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਵਾ ਵੀ
ਜੇ ਗੁਰੂ ਘਰ ਵਾਸਤੇ, ਜੇ ਲੋੜਵੰਦਾਂ ਵਾਸਤੇ ਜਿਹੜੇ ਅੱਜ COVID-19 ਤੋਂ ਪੀੜਤ ਨੇ ਉਹਨਾਂ ਵਾਸਤੇ ਜੇ ਪੈਸੇ ਦਿੱਤੇ ਗਏ ਤੇ ਕੋਈ ਵੱਡਾ ਗੁਨਾਹਗਾਰ ਨਹੀਂ ਆ। ਤੇ ਜੇ ਆਪਾਂ ਦੂਜੇ ਪਾਸੇ ਦੇਖੀਏ ਤੇ ਸਿੱਖੀ ਸਿਧਾਂਤਾਂ ਦੇ ਮੁਤਾਬਕ ਜਿਹੜਾ ਅਜਿਹੇ ਲੋਕਾਂ ਵੱਲੋਂ ਕਮਾਇਆ ਹੋਇਆ ਪੈਸਾ ਆ ਤੇ ਉਸ ਨੂੰ ਕਿਹੜੇ ਸੰਦਰਭ ਵਿੱਚ ਦੇਖਦੇ ਹੋ? ਜੇ ਆਪਾਂ ਸਿੱਖੀ ਸਿਧਾਂਤ ਤੇ ਚੱਲਣਾ, ਆਪਾਂ ਇਹ ਥੋੜਾ ਦੇਖਣਾ ਕਿ ਵੀ ਲੋਕਾਂ ਨੇ ਦਿੱਤਾ, ਕੱਲ ਨੂੰ ਤਾਂ ਫਿਰ ਪੈਸਾ ਚੱਕ ਕੇ ਸੱਜਣ ਕੁਮਾਰ ਵੀ ਦੇ ਦੇਗਾ, ਤੁਸੀਂ ਜਗਦੀਸ਼ ਟਾਈਟਲਰ ਵੀ ਦੇ ਦੇਣਗੇ, ਤੁਸੀਂ ਉਹ ਵੀ ਮੰਨ ਜਾਓਗੇ ਜੀ। ਇਸ ਗੱਲ ਹੈ ਨਾ ਕਿ ਇਹਨਾਂ ਕੋਵਿਡ ਲਈ ਦਿੱਤਾ, ਜੇ ਦੇਣਾ ਬਥੇਰੇ ਕੋਵਿਡ ਸੈਂਟਰ ਨੇ, ਸਿੱਖਾਂ ਨੂੰ ਹੀ ਕਿਉਂ ਦਿੱਤਾ? ਰਕਾਬਗੰਜ ਗੁਰਦੁਆਰੇ ਹੀ ਕਿਉਂ ਦਿੱਤਾ ਜੀ? ਸ਼੍ਰੋਮਣੀ ਕਮੇਟੀ ਜਾ ਕੇ ਦਿੰਦਾ ਨਾ, ਪਤਾ ਲੱਗਦਾ ਜਿੱਥੇ ਉੱਥੇ ਅਕਾਲ ਤਖਤ ਸਾਹਿਬ ਤੇ ਪਿਆ ਜੀ। ਇਹ ਸਿਰਫ ਇੱਕ ਡਰਾਮਾ ਹੈ, ਸਿਰਫ ਉਹਨੂੰ ਮਾਫੀਨਾਮਾ ਦੇਣਾ, ਔਰ ਸਿਰਫ 2 ਕਰੋੜ ਤੇ ਸਾਹਮਣੇ ਹੈ, ਅੰਡਰ ਦਾ ਟੇਬਲ ਪਤਾ ਨਹੀਂ ਕੀ ਕੁਝ ਕਿਹਾ ਹੋਣਾ ਜੀ। ਠੀਕ ਹੈ ਮਾਤਾ ਜੀ, ਧੰਨਵਾਦ ਕਰਦੇ ਹਾਂ ਤੁਹਾਡਾ ਜੀ, ਤੁਸੀਂ ਸਮਾਂ ਦਿੱਤਾ ਗੱਲਬਾਤ ਕਰਨ ਵਾਸਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬੀ ਵਿਰਾਸਤ USA ਚੈਨਲ ਤੋਂ ਰਜਿੰਦਰ ਸਿੰਘ ਸਭਰਾ ਗੱਲ ਕਰਦਾ ਜੀ। ਹਾਂਜੀ। ਮੇਰੀ ਗੱਲ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦੇ ਨਾਲ ਹੋ ਰਹੀ ਹੈ ਜੀ? ਹਾਂਜੀ ਹਾਂਜੀ। ਸਰਨਾ ਸਾਹਿਬ, ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਵੀ ਜਿਹੜਾ ਰੋਸ ਪਾਇਆ ਜਾ ਰਿਹਾ ਆ, ਉਹ ਰੋਸ ਇਸ ਗੱਲ ਨੂੰ ਲੈ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਜਿਹੜਾ ਅਮਿਤਾਭ ਬੱਚਨ ਨੇ 2 ਕਰੋੜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦਾ ਐਲਾਨ ਕੀਤਾ ਆ, ਤੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਉਹ ਵੀ ਕਾਫੀ ਪ੍ਰਚਾਰ ਆਏ ਆ, ਤੇ ਕਿਵੇਂ ਦੇਖਦੇ ਹੋ ਜੀ? ਤੁਹਾਡਾ ਦੇਖੋ ਜੀ, ਗੱਲ ਹੈ ਕਿ ਪਹਿਲੀ ਗੱਲ ਤਾਂ ਤੁਹਾਨੂੰ ਇੱਕ ਗੱਲ ਹੋਰ ਲੇਟੈਸਟ ਇਨਫੋਰਮੇਸ਼ਨ ਦੇ ਦਿਆਂ ਜੀ। ਅੱਜ ਇੰਡੀਆ ਟੁਡੇ ਦੇ ਨਾਲ ਅਮਿਤਾਭ ਬੱਚਨ ਨੇ ਗੱਲ ਕਰਦਿਆਂ ਕਿਹਾ ਹੈ ਕਿ ਕੁਝ ਅਰਸਾ ਪਹਿਲਾਂ ਜਿਹੜਾ ਬੰਗਲਾ ਸਾਹਿਬ ਦੇ ਵਿੱਚ MRI ਲੱਗਾ ਹੈ ਤੇ ਹੋਰ ਬਾਕੀ ਐਕਸਰੇ ਮਸ਼ੀਨਾਂ ਲੱਗੀਆਂ, ਬਾਕੀ ਚੀਜ਼ਾਂ ਲੱਗੀਆਂ, ਉਹ ਮੈਂ ਆਪਣੀ ਮਾਂ, ਆਪਣੀ ਨਾਨੀ ਦੀ, ਆਪਣੇ ਨਾਨੇ ਦੀ ਯਾਦ ਦੇ ਚਲਵਾਈਆਂ ਜੀ। ਇਹ ਅੱਜ ਦੀ ਖਬਰ ਹੋਰ ਲੈ ਲਓ। ਉਸ ਤੋਂ ਬਾਅਦ ਉਸਨੇ ਕਿਹਾ ਜੀ ਮੈਂ 2 ਕਰੋੜ ਰੁਪਏ ਇਹਨਾਂ ਨੂੰ ਜਿਹੜਾ ਕੋਵਿਡ ਸੈਂਟਰ ਖੋਲ ਰਹੇ ਰਕਾਬਗੰਜ ਸਾਹਿਬ ਦੇ ਵਿੱਚ, ਉਹਦੇ ਲਈ ਵੀ ਮੈਂ ਦਿੱਤਾ ਹੈ। ਮੇਰੀਆਂ 2 ਗੱਲਾਂ ਹੈਗੀਆਂ। ਪਹਿਲੀ ਗੱਲ ਤੇ ਹੈਗੀ ਕਿ ਅਗਰ ਇਹ ਜੀ ਰਕਮ ਇਹ ਕਿਸੇ ਵੀ ਬੰਦੇ ਕੋਲ ਲੈਣੀ ਹੋਵੇ, ਇਹ ਡੈਮੋਕ੍ਰੇਸੀ ਹੈਗੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਐਕਟ ਪਾਸ ਹੋਇਆ ਹੈ ਜਿਸ ਦੇ ਅਧੀਨ ਸਰਕਾਰ 4 ਸਾਲਾਂ ਬਾਅਦ ਚੋਣਾਂ ਕਰਾਉਂਦੀਆਂ ਨੇ। ਪ੍ਰਧਾਨ ਇੱਥੇ ਡਿਕਟੇਟਰ ਨਹੀਂ ਹੈ, ਤੇ ਇਸ ਨੇ ਆਪਣੀ ਅੱਬਲ ਤਾਂ ਇਸ ਨੂੰ ਜਨਰਲ ਹਾਊਸ ਬੁਲਾਉਣਾ ਚਾਹੀਦਾ ਹੈ, ਨਹੀਂ ਬੁਲਾਣਾ ਐਗਜ਼ੈਕਟਿਵ ਬੁਲਾਵੇ, ਉਹਦੇ ਚੋਂ ਪੁੱਛੇ ਵੀ ਫਲਾਣੇ ਕੋਲ ਇਤਨੇ ਪੈਸੇ ਲੈਣੇ ਕਿ ਨਹੀਂ ਲੈਣੇ, ਇਤਨੇ ਪੈਸੇ ਦੇਣੇ ਕਿ ਨਹੀਂ ਦੇਣੇ। ਇਹ ਘਲਾ ਕਿਵੇਂ ਮਾਲਕ ਬਣ ਗਿਆ? ਫਿਰ ਇਸਨੇ ਪਹਿਲੇ ਕਿਉਂ ਨਹੀਂ ਦੱਸਿਆ ਵੀ ਬੰਗਲਾ ਸਾਹਿਬ ਦੀ ਜਿਹੜੀ ਸੇਵਾ ਅਮਿਤਾਭ ਬੱਚਨ ਕੋਲ ਅਸੀਂ ਲਈ ਹੈ, ਇਹ ਆਪਣਾ ਨਾਂ ਹੀ ਕਰਦੇ ਨੇ, ਅਸੀਂ ਕਰਾਤੀ ਜੀ। ਬੜੀ ਸਪਸ਼ਟ ਗੱਲ ਹੈਗੀ, ਇਹਨਾਂ ਵਾਸਤੇ 2 ਕਰੋੜ ਹੋਏਗਾ ਕਿਉਂਕਿ ਇਹਨਾਂ ਨੇ ਸਾਰੇ ਪੈਸੇ ਖਾਣੇ ਨੇ, ਵਰਤਣੇ ਨਹੀਂ ਹੈਗੇ ਉੱਥੇ। ਇੱਥੇ ਤੇ ਜਿੰਨਾ ਸਮਾਨ ਕੋਵਿਡ ਸੈਂਟਰ ਦੇ ਵਿੱਚ ਲੱਗਾ ਰਕਾਬਗੰਜ ਦੇ ਵਿੱਚ, ਸਾਰਿਆਂ ਨੇ ਕੋਈ ਇਹਨਾਂ ਨੂੰ ਮੰਜੀਆਂ ਦੇ ਗਿਆ, ਕੋਈ ਗੱਦੇ ਦੇ ਗਿਆ, ਕੋਈ ਪੱਖੇ ਦੇ ਗਿਆ, ਕੋਈ ਉਸਦਾ ਨਾਂ ਕੀ ਹੈ, ਉਹ ਜਿਹੜੀਆਂ ਬਲੱਡ ਬਣਾ ਗਲੂਕੋਜ਼ ਚੜਾਉਣ ਵਾਲੇ ਡੰਡੇ ਜਿਹੇ ਹੁੰਦੇ ਨੇ ਉਹ ਦੇ ਗਏ। ਇਹਨਾਂ ਨੇ ਤੇ ਖਰੀਦਣ ਚਾਦਰਾਂ ਤੇ ਸਰਾਣੇ ਦੇ ਖਿਲਾਫ, ਹੋਰ ਕੁਝ ਵੀ ਨਹੀਂ ਖਰੀਦਿਆ। ਤੀਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ, ਅੱਜ ਦਿੱਲੀ ਦੇ ਆਸ-ਪਾਸ ਸਿੱਖਾਂ ਦਾ ਜਿੰਨੀ ਸੇਵਾ ਹੋ ਰਹੀ ਹੈ, ਉਹ ਘੱਟੋ ਘੱਟ 40-50 ਲੱਖ ਰੁਪਏ ਰੋਜ਼ ਦਾ ਖਰਚਾ ਹੋ ਰਿਹਾ ਜੀ। 4 ਦਿਨਾਂ ਦੇ ਪੈਸੇ ਜਿਹੜੇ ਦਿੱਲੀ ਇਹ ਕਹਿ ਦਿੰਦੇ ਬਈ ਸਾਨੂੰ ਤੁਸੀਂ ਕੋਈ ਨਾ ਦਿਓ, ਸਾਨੂੰ 4 ਦਿਨਾਂ ਦੇ ਪੈਸੇ ਦੇ ਦਿਓ, ਇਹਨਾਂ ਕੋਲ ਨਹੀਂ ਸਨ। ਦਿੱਲੀ ਦੇ ਸਿਰਫ 2 ਕਰੋੜ ਰੁਪਏ ਦੇ ਦਿੰਦੇ ਇਹਨਾਂ ਨੂੰ। ਇਹਨਾਂ ਨੇ ਰੋਜ਼ ਆਵਾਜ਼ਾਂ ਮਾਰਦੇ ਨੇ, ਇਹਨਾਂ ਨੂੰ ਅਮਰੀਕਾ ਤੋਂ, ਕੈਨੇਡਾ ਤੋਂ, USA ਤੋਂ, ਸਾਰੀ ਜਗ੍ਹਾ ਤੋਂ ਕਰੋੜਾਂ ਰੁਪਏ ਆ ਰਹੇ ਨੇ। ਉਸ ਤੋਂ ਬਾਅਦ ਵੀ ਇਹਨਾਂ ਨੂੰ ਭੁੱਖ ਹੈਗੀ ਇਹ ਜੇ ਬੰਦਿਆਂ ਕੋਲ ਪੈਸੇ ਲੈਣ ਦੀ। ਅਸੀਂ ਜਿਹੜੇ ਇਹ ਨਹੀਂ ਹੈ, ਜਿਹੜੇ ਕਈ ਸਹਿਜਧਾਰੀ ਭਰਾ ਸਾਡੇ ਸੇਵਾ ਕਰਦੇ ਨੇ, ਬੰਗਲਾ ਸਾਹਿਬ ਕਰਦੇ ਨੇ, ਸੀਰਗੰਜ ਸਾਹਿਬ ਕਰਦੇ ਨੇ, ਲੰਗਰ ਦੀ ਕਰਦੇ ਨੇ, ਪਰ ਇਹ ਜੇ ਬੰਦੇ ਕੋਲ ਲੈਣਾ ਜਿਹਨੇ ਸਿੱਖ ਕੌਮ ਦੇ ਉਹਦੇ ਭਾਰਤਵਾਦ ਇਹ ਕਿਹਾ ਹੋਵੇ ਖੂਨ ਦਾ ਬਦਲਾ ਖੂਨ ਲਵਾਂਗੇ, ਕੀ ਫਾਇਦਾ ਦੱਸੋ ਜੀ? ਤੁਸੀਂ ਇਹ ਜੇ ਬੰਦੇ ਕੋਲ ਲੈਣ ਲੱਗੇ ਹੋ। ਤੀਸਰੀ ਗੱਲ, ਅੱਜ ਇਹ ਸੇਵਾ ਕਰਕੇ ਇਹ ਤੇ ਬਾਹਰ ਆ ਗਿਆ, ਨਾ ਬਾਹਰ ਆਇਆ ਹੁੰਦਾ ਤਾਂ ਕਹਿੰਦਾ ਜੀ ਅਮਿਤਾਭ ਬੱਚਨ ਦੇ ਤੇ ਫੇਸਬੁੱਕ ਤੇ ਉਹ YouTube ਤੇ ਸਿਫਤਾਂ ਲਿਖੀਆਂ ਹੋਣੀਆਂ ਸੀ ਵੀ ਸਿੱਖਾਂ ਦੀ ਬੜੀ ਮਦਦ ਕੀਤੀ ਹੈ ਇਸਨੇ। ਇਹਨਾਂ ਦਾ ਕੀ ਜਵਾਬਦੇਹੀ ਸੀ? ਫਿਰ ਮੈਂ ਪੁੱਛਣਾ ਚਾਹੁੰਦਾ ਕਿ ਇਸਨੇ ਉਹਨਾਂ ਕੋਲੋਂ ਸੇਵਾ ਲੈਣ ਦੇ ਲਈ
ਪੁੱਛਿਆ ਹੈ ਜੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ? ਕੀ ਉਹਨਾਂ ਦੀ ਮਰਜ਼ੀ ਨਾਲ ਲਈ ਗਈ ਹੈ ਜਾਂ ਹੁਣ ਉਹਨਾਂ ਨੂੰ ਕੁਝ ਨਹੀਂ ਸਮਝਦਾ, ਇਹ ਡਿਕਟੇਟਰ ਬਣ ਗਿਆ? ਫਿਰ ਮੈਂ ਪੁੱਛਣਾ ਚਾਹੁੰਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਵੀ ਤੁਸੀਂ ਦੱਸੋ ਤੁਹਾਡਾ ਕੀ ਰਿਐਕਸ਼ਨ ਹੈ? ਜੇ ਤੇ ਤੁਸੀਂ ਅਮਿਤਾਭ ਬੱਚਨ ਦੇ ਪੈਸੇ ਦਿੱਤੇ ਹੋਏ ਕੈਸ਼ 2 ਕਰੋੜ ਜਿਹੜੀ ਉਸਨੇ ਸੇਵਾ ਬੰਗਲਾ ਸਾਹਿਬ ਕੀਤੀ ਉਹਦੀ ਪ੍ਰਵਾਨਗੀ ਦਿੰਦੇ ਹੋ, ਫਿਰ ਠੀਕ ਹੈ, ਫਿਰ ਕੌਮ ਤੁਹਾਡੇ ਨਾਲ ਗੱਲ ਕਰ ਲੇਗੀ, ਨਿਬੜ ਲੇਗੀ। ਜੇ ਨਹੀਂ, ਇਸ ਨੂੰ ਬੁਲਾ ਕੇ ਯੋਗ ਸਜ਼ਾ ਸੁਣਾਓ। ਜੇ ਨਹੀਂ ਸੁਣਾ ਸਕਦੇ ਫਿਰ ਅਸਤੀਫਾ ਦੇ ਦਿਓ। ਅਸੀਂ ਸਿੱਖ ਕੌਮ ਨੂੰ ਬਣਾ ਲੇਗੀ ਜਿਹੜਾ ਨਿਰਪੱਖ ਹੋ ਕੇ ਜਿਹੜਾ ਵੀ ਕੌਮ ਦੇ ਨਾਲ ਗੱਦਾਰੀ ਕਰੇਗਾ ਉਸ ਦੇ ਨਾਲ ਅਕਾਲ ਤਖਤ ਨਿਬਟ ਲੇਗਾ। ਸਰਨਾ ਸਾਹਿਬ, ਜਿਹੜੇ ਅਮਿਤਾਭ ਬੱਚਨ ਨੇ ਉਸ ਵਕਤ ਬੋਲ ਕਹੇ ਸੀ ਨਵੰਬਰ 1984 ਦੇ ਵਿੱਚ, ਕੀ ਉਸ ਗੱਲ ਦੇ ਤੁਸੀਂ ਚਸ਼ਮਦੀਦ ਹੋ ਜਿਹੜਾ ਇਹਨਾਂ ਨੇ ਕਿਹਾ ਸੀ ਖੂਨ ਕਾ ਬਦਲਾ ਖੂਨ ਸੇ ਲੈ ਗਏ? ਚਸ਼ਮਦੀਦ ਮੈਂ ਸਿੱਖ ਬਾਹਰ ਕਿਤੇ ਨਿਕਲਦਾ ਸੀ, ਮੈਂ ਟੀਵੀ ਤੇ ਸੁਣਿਆ ਹੋਇਆ ਜੀ, ਮੈਂ ਟੀਵੀ ਤੇ ਸੁਣਿਆ ਹੋਇਆ। ਮੈਂ ਉਸ ਵਕਤ ਉਹਦਾ ਨਾਂ ਕੀ ਹੈ 40 ਸਾਲ ਦਾ ਸਾਂ, ਕੁਝ ਨਹੀਂ, ਮੈਂ ਛੋਟਾ ਸਾਂ ਕੀ ਹਾਂ। ਮੇਰੀ ਉਮਰ ਪੂਰੇ 40 ਸਾਲ ਤੇ 6 ਮਹੀਨੇ ਦੀ ਸੀ और मेरे सामने सारा वाकया होया है जी। जितनी कत्लो गैरत हुई है साडे सामने हुई है, जितने गुरुद्वारे सड़े गए साडे सामने होए, जिन्ने सिख मरे गए साडे इलाके दे विच तो सारे साडे सामने होए। इत्थे अकालपुर ने सानू बचा लिया। साडियां फैक्ट्रियां सारियां आग लग गईयां, सुहा करके रखती है इन्होंने, बिल्कुल सारा माल लुट के खा गए। पर चलो जुदा गल है, पर गल है कि ये गल ते ट्वीट तुसीं कहोगे तो मैं तुहानूं भेज भी दियांगा, मेरे कोल आ गई है उस वक्त की खबर जी। जे तुसीं कहोगे तो मैं तुहानूं WhatsApp कर देना जी। ਸਰਨਾ ਸਾਹਿਬ, ਇਹਨਾਂ ਦਾ ਕੀ ਮੰਤਵ, ਜੀਕੇ ਸਾਹਿਬ ਦਾ ਕੀ ਮੰਤਵ ਮੰਨਿਆ ਜਾਵੇ ਕਿ ਜਿਹੜਾ ਉਹਨਾਂ ਦੇ ਕੋਲੋਂ 2 ਕਰੋੜ ਗੁਰਦੁਆਰਾ ਸਾਹਿਬ ਦੇ COVID-19 ਦੇ ਮੱਦੇਨਜ਼ਰ ਲੈ ਰਹੇ ਆ, ਉਹਨਾਂ ਨੂੰ ਕੀ ਮੰਨਿਆ ਜਾਵੇ ਕਿ ਜਾਂ ਇਹ ਅਮਿਤਾਭ ਬੱਚਨ ਦੀ ਸਾਖ ਨੂੰ ਬਚਾਉਣਾ ਚਾਹੁੰਦੇ ਆ ਜਾਂ ਇਹਨਾਂ ਦੇ ਕੋਲੋਂ ਜਿਹੜੀਆਂ? ਇਹ ਦੇਖੋ ਜੀ, ਗੱਲ ਹੈਗੀ ਜੀ, ਜਿਨ੍ਹਾਂ ਨੇ ਸਿੱਖ ਕੌਮ ਨਾਲ ਗਦਾਰੀਆਂ ਕੀਤੀਆਂ, ਲਫ਼ਜ਼ ਜਿਹੜਾ ਤੁਸੀਂ ਵਰਤਿਆ ਬਹੁਤ ਵਧੀਆ ਹੈ। ਜਿਹੜੀਆਂ ਇਹਨਾਂ ਸਰਸੇ ਨੇ ਜਿਹੜੀਆਂ ਇਹਨਾਂ ਨੇ ਗਦਾਰੀਆਂ ਕੀਤੀਆਂ, ਸਰਸੇ ਔਰੀ ਪੈਸੇ ਲੈ ਕੇ ਉਹਨਾਂ ਤੇ ਪਰਦਾ ਪਾਣਾ ਚਾਹੁੰਦੇ। ਜੇ ਇਤਨੀ ਵੱਡੀ ਸੇਵਾ ਉਹਨੇ ਕੀਤੀ ਹੈਗੀ, ਉਹ ਵੀ ਮਸ਼ੀਨ ਬੜੀ ਮਹਿੰਗੀ ਹੈ, ਤੇ ਤੂੰ ਦੱਸ ਨਾ ਕੌਮ ਨੂੰ, ਤੂੰ ਆਪਣੇ ਐਗਜ਼ੈਕਟਿਵ ਨੂੰ ਤੇ ਦੱਸ ਨਾ ਜੀ। ਫਿਰ ਅੱਜ ਤੂੰ 2 ਕਰੋੜ ਲੈ ਰਿਹਾ, ਅੱਜ ਤੇ ਤੂੰ ਪ੍ਰਧਾਨ ਹੀ ਨਹੀਂ ਹੈ ਦਿੱਲੀ ਕਮੇਟੀ ਦਾ। ਇਲੈਕਸ਼ਨਾਂ ਪੋਸਟਪੋਨਡ ਹੋਈਆਂ, ਯੂ ਆਰ ਨਾਟ ਪ੍ਰੈਜ਼ੀਡੈਂਟ, ਯੂ ਆਰ ਕੇਅਰ ਟੇਕਰ। ਇਹਦੀ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਜੀ, ਆਪਣਾ ਸਰਦਾਰ ਸਾਹਿਬ, ਇਹ ਅਕਾਲ ਤਖਤ ਨੂੰ ਇਹਦਾ ਲੈਣਾ ਚਾਹੀਦਾ ਹੈ। ਜੇ ਨਹੀਂ ਲੈਂਦਾ ਤਾਂ ਫਿਰ ਗੱਲ ਕਰੋ ਗਿਆਨੀ ਹਰਪ੍ਰੀਤ ਸਿੰਘ ਨੂੰ, ਦੱਸ ਭਾਈ ਤੇਰਾ ਕੀ ਮਨਸ਼ਾ ਹੈ ਜੀ, ਇਹ ਉਹਦੇ ਕੋਲ ਪੁੱਛੋ। ਸਰਨਾ ਸਾਹਿਬ, ਇਹ ਕਿਤੇ ਜੀ ਕੌਮ ਦੀ ਇਸਨੇ ਇਤਨੀ ਹੱਠੀ ਕਰਾਤੀ ਕਿ ਅੱਜ ਦੁਨੀਆ ਕੀ ਕਹੇਗੀ ਵੀ ਸਿੱਖਾਂ ਪ੍ਰਤੀ ਇਹ ਜੇ ਵਿਚਾਰ ਰੱਖਣ ਵਾਲੇ ਕੋਲੋਂ ਵੀ ਸਿੱਖ ਪੈਸੇ ਲੈ ਰਹੇ ਨੇ, ਕੰਗਲੇ ਹੈਗੇ। ਅੱਜ ਜਿਹੜੀ ਸਭ ਤੋਂ ਵੱਡੀ ਐਂਕਰ ਹੈਗੀ ਬਰਖਾ ਦੱਤ, ਉਸਨੇ ਕਿਹਾ ਸਿੱਖਾਂ ਦੀ ਜੋ ਤਾਰੀਫ ਕੀਤੀ ਉਹ ਦੱਸ ਨਹੀਂ ਸਕਦੇ। ਔਰ ਖਾਲੀ ਸਿੱਖ ਹੀ ਨਹੀਂ, ਦਿੱਲੀ ਕੋਈ ਹਿੰਦੁਸਤਾਨ ਦਾ ਐਸਾ ਸ਼ਹਿਰ ਨਹੀਂ ਜਿੱਥੇ ਸਿੱਖ ਸੇਵਾ ਨਹੀਂ ਕਰ ਰਿਹਾ। ਅੰਮ੍ਰਿਤਸਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਤੇ ਅੰਮ੍ਰਿਤਸਰ ਤੋਂ श्रीनगर ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ, ਭਾਵੇਂ 10 ਸਿੱਖ ਬੈਠੇ ਤੇ ਭਾਵੇਂ 100 ਬੈਠੇ ਨੇ, ਤੇ ਇਹਨਾਂ ਕੋਲ ਪੈਸੇ ਲੈ ਕੇ ਸਾਰੀ ਕੀਤੀ ਕਰਾਈ ਤੇ ਖੂਜ ਪਾ ਰਹੇ ਹੋ ਤੁਸੀਂ ਜੀ। ਸਰਨਾ ਸਾਹਿਬ, ਕਿਤੇ ਇਸ ਤਰ੍ਹਾਂ ਤੇ ਨਹੀਂ ਹੋਏਗਾ ਜਿਵੇਂ ਸਿਰਸੇ ਵਾਲੇ ਨੂੰ ਮਾਫੀ ਦੇ ਦਿੱਤੀ ਗਈ, ਹੁਣ ਇਹ ਨਾ ਹੋਵੇ ਕਿ ਜੀ। ਗੱਲ ਸੁਣੋ, ਤੁਹਾਡੀ ਮੈਂ ਦਾਤ ਦਿੰਦਾ, ਤੁਸੀਂ ਨੰਬਰ ਠੀਕ ਪਕੜੀ ਹੈ ਜੀ। ਜਿਸ ਤਰ੍ਹਾਂ ਸਰਸੇ ਨੂੰ ਇਹਨਾਂ ਨੇ ਮਾਫੀ ਦੇਣ ਦੀ ਗੱਲ ਕੀਤੀ ਸੀ, ਨਹੀਂ ਦੇ ਸਕੇ ਸਰ, ਪ੍ਰੈਸ਼ਰ ਪੈ ਗਿਆ ਸੀ, ਇਸੇ ਤਰ੍ਹਾਂ ਉਹਨਾਂ ਕੋਲ ਪੈਸੇ ਖਾ ਕੇ ਤਾਂ ਉਹਨਾਂ ਨੂੰ ਮਾਫੀ ਦੇ ਰਹੇ ਨੇ ਜੀ। ਨੰਬਰ ਤੁਸੀਂ ਸਹੀ ਪਕੜ ਲਈ ਹੈ, ਬਿਲਕੁਲ ਜੀ, ਬਿਲਕੁਲ ਸਹੀ ਪਕੜੀ ਹੈ। ਸਾਨੂੰ ਨਹੀਂ ਸੀ ਉਹਦਾ ਨਾਂ ਕੀ ਧਿਆਨ ਚ ਆਈ ਗੱਲ, ਮੈਂ ਉਂਝੇ ਕਵਾਂ ਪਿਆ ਜੀ। ਤੇ ਜਿਵੇਂ ਐਗਜ਼ੈਕਟ ਪਿਨ ਪੁਆਇੰਟ ਤੁਸੀਂ ਪਕੜੀ ਹੈ ਗੱਲ ਜੀ। ਤੇ ਸਰਨਾ ਸਾਹਿਬ, ਹੁਣ ਜਿਹੜਾ ਸਿੱਖ ਸੰਗਤ ਨੂੰ ਸੁਨੇਹਾ ਕੀ ਹੈ ਤੁਹਾਡੇ ਵੱਲੋਂ, ਕੀ ਸੁਨੇਹਾ ਲਾਇਆ ਜਾਣਾ ਚਾਹੀਦਾ ਆ? ਦੇਖੋ ਜੀ, ਗੱਲ ਹੈਗੀ, ਮੇਰਾ ਸੁਣਿਆ ਤੇ ਕੋਈ ਹੈਗਾ ਜੀ, ਇਹ ਸਿੱਖ ਕੌਮ, ਇਹ ਪੰਥ ਤਾਂ ਬਚੇਗਾ ਜੇ ਬਾਦਲਾਂ ਕੋਲੋਂ ਨਿਜ਼ਾਤ ਦਵਾ ਲੋਗੇ। ਬੜੀ ਸਪਸ਼ਟ ਗੱਲ ਹੈ। ਮੈਂ ਇਸ ਵਾਸਤੇ ਨਹੀਂ ਕਹਿ ਰਿਹਾ ਕਿ ਮੇਰੀਆਂ ਚੋਣਾਂ ਹੈਗੀਆਂ ਤੇ ਪਤਾ ਨਾ ਕਿ ਇਸ ਵਾਸਤੇ ਮੈਂ ਕਹਿ ਰਿਹਾ, ਮੈਂ ਜੋ ਕੁਝ ਬਹੁਤ ਨੇੜਿਓਂ ਐਮਰਜੈਂਸੀ ਦੇ ਵਿੱਚ, ਸਾਡਾ ਪਰਿਵਾਰ ਤੇ ਜੰਮਣ ਤੋਂ ਅਕਾਲੀ ਹੈ,
ਪਰ ਐਮਰਜੈਂਸੀ 1975 ਤੋਂ ਮੈਂ ਅਕਾਲੀ ਦਲ ਦੇ ਨਾਲ ਮੁੱਢਲਾ ਮੈਂਬਰ ਬਣ ਕੇ ਕੰਮ ਕੀਤਾ ਹੈ ਔਰ 25 ਤੇ 21 46 ਸਾਲ ਹੋ ਗਏ ਇਹਨਾਂ ਨਾਲ। ਮੈਂ ਤੇ ਸਭ ਦਾ ਦੇਖਿਆ ਹੋਇਆ ਕੌਣ ਕੀ ਹੈ ਨਹੀਂ। ਜੋ ਬੇੜਾ ਗਰਕ ਇਸ ਬਾਦਲ ਪਰਿਵਾਰ ਨੇ ਕੀਤਾ ਹੈ, ਜੋ ਅਕਾਲੀ ਦਲ ਨੂੰ ਉਦਾਹਰਣ ਕਿ ਇਸ ਨੇ ਢਾਹ ਲਾਈ ਹੈ, ਮੇਰੇ ਕੋਲ ਤੇ ਸਾਰਾ ਇਤਿਹਾਸ ਹੈਗਾ। ਕੋਈ ਲਿਖਣਾ ਚਾਹੇ ਪੁੱਛਣਾ ਚਾਹੇ ਤਾਂ ਮੇਰੇ ਕੋਲ ਪੁੱਛ ਲੈ, ਹੋਰ ਤਾਂ ਕੋਈ ਨਹੀਂ ਬਚਿਆ ਮੇਰੇ ਨਾਲ ਦਾ। ਬਾਦਲ ਆਪ ਹੈਗਾ, ਉਹਨੇ ਦੱਸਣਾ ਕੁਝ ਨਹੀਂ ਜੀ, ਉਹਨੇ ਨਹੀਂ ਦੱਸਣਾ। ਜੋ ਜੋ ਇਹਨਾਂ ਨੇ ਕੌਮ ਨਾਲ ਗਦਾਰੀਆਂ ਕੀਤੀਆਂ, ਜੋ ਜੋ ਇਹਨਾਂ ਨੇ ਇਹ ਫੈਸਲੇ ਨਹੀਂ ਹੋਣ ਦਿੱਤੇ ਧਰਮਯੁੱਧ ਮੋਰਚੇ ਦੇ ਵਿੱਚ ਵੀ, ਆਪਣੇ ਨੂੰ ਤਾਂ ਸਭ ਪਤਾ ਹੈ। ਆਪਣੇ ਦਾ ਸਾਹਮਣੇ ਅੱਖੇ ਡਿੱਠਾ ਹਾਲ ਹੈਗਾ ਇਹਨਾਂ ਦਾ, ਤੇ ਮੈਂ ਦੱਸ ਦਿਆਂ ਤੁਹਾਨੂੰ ਜੀ। ਸਰਨਾ ਸਾਹਿਬ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਜਿਹੜਾ ਤੁਸੀਂ ਕੀਮਤੀ ਸਮਾਂ ਸੰਗਤ ਨੂੰ ਦਿੱਤਾ, ਸੰਗਤ ਦੇ ਨਾਲ ਜਾਣਕਾਰੀ ਸਾਂਝੀ ਕੀਤੀ। ਧੰਨਵਾਦ ਜੀ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ।